ਤੁਹਾਡੀ ਇਹ ਜਿਹੜੀ ਕਰਾਫਟਿੰਗ ਹੈਗੀ ਹੈ ਇਹ ਕਿਹੜੀ ਕੈਟਾਗਰੀ 'ਚ ਆ ਜਾਂਦੀ ਹੈ? ਇਹ ਮੈਕਰੇਮ ਦੇ ਵਿੱਚ ਆ ਜਾਂਦੀ ਹੈ, ਜੂਟ ਦੇ ਵਿੱਚ ਆ ਜਾਂਦੀ ਹੈ। ਜਿਵੇਂ ਜੂਟ ਦੇ ਵਿੱਚ ਸਾਡੇ ਕੋਲ रग्स हैं, मैट्स हैं, दरीज हैं। और हमने बहुत अच्छे अच्छे प्रोडक्ट्स बनाए हैं जो हमने दिल्ली में भी एग्जिबिट किया था, हमने इलांटे मॉल में भी पिछले साल एग्जिबिट किया था और बहुत ही अच्छा रिस्पॉन्स रहता है क्योंकि हाथ का बना हुआ काम है। ਮੈਕਰੇਮ ਦੇ ਵਿੱਚ ਹੋਰ ਵੀ ਮੈਟ ਸੀਗੇ, ਉਹ ਸਾਰੇ ਸੋਲਡ ਆਊਟ ਹੋ ਗਏ। ਸਾਡੇ ਕੋਲ ਬਹੁਤ ਸਮਾਨ ਸੀਗਾ ਇਦਾਂ ਦਾ ਜਿਹੜਾ ਸੋਲਡ ਹੋ ਗਿਆ, ਹੁਣ ਨਹੀਂ ਹੈ। लेट्स ऑल लर्न साइन लैंग्वेज। लिखा हुआ है ए फॉर एप्पल। हम डेफ कम्युनिटी ऑफ इंडिया को प्रमोट कर रहे हैं। उसके अंदर क्या असेसिबिलिटी है, लोगों को पता है लैंग्वेजेस के बारे में, बट असेसिबिलिटी नहीं है। पेट्रियाटिज्म तो हर किसी में और सब में बराबर है। आर्मी में हम थोड़ा कह सकते हैं ज़्यादा है, बट यस सब में बराबर है और हर कोई इसके लिए कंट्रीब्यूट करता है। ओके, दिस इज ए, बी, सी, डी, ई। इसमें मतलब लेडीज काम कर रहे हैं और हस्बैंड हैं जो आर्मी मैन है वो सपोर्ट कर रहे हैं। वो हाँ जी बिल्कुल बिल्कुल सपोर्ट करते हैं, उनके बिना तो हम कुछ नहीं कर सकते। फैमिली नाल आए हो? फैमिली नाल जी 10 बंदे आए हैं, फैमिली पूरी आई है। ये भी बच्चे अपने हैं? नहीं नहीं, मेरे बच्चे तो बड़े हैं। सर और कुछ कहना चाहोगे कि गवर्नमेंट का ਜਿਹੜਾ ਉਪਰਾਲਾ ਹੈਗਾ? बहुत वधिया, बहुत वधिया, बहुत वधिया। हाँ जी बेटा, क्या आप कुछ कहना चाहोगे? ना जी ना। चलो फिर ਤੁਸੀਂ ਮੇਲੇ 'ਚ ਇੰਜੋਏ ਕਰੋ। U V W X Y Z। So it's all about sign language। आप भी प्लीज़ ये बेसिक लैंग्वेज सीखो और सेंसिटाइज हो कि डेफ भी आगे बढ़ सकें आपकी तरह और कॉन्फिडेंट हो सके। ਦੇਖੋ ਜੀ, ਹਰ ਕੋਈ ਬੰਦਾ ਚਾਹੁੰਦਾ ਹੈਗਾ ਵੀ ਇਸੇ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਰਹੇ, ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣ ਔਰ ਸਾਰੇ ਲੋਕ ਜਿਹੜਾ ਹੈਗਾ ਖੁਸ਼ੀ-ਖੁਸ਼ੀ ਵਸਣ ਇੱਥੇ। ਸਤਿ ਸ਼੍ਰੀ ਅਕਾਲ ਜੀ, ਬੋਇਕ ਮੀਡੀਆ ਤੇ ਇੱਕ ਵਾਰ ਫਿਰ ਤੋਂ ਆਇਆ ਹੈਰੀਟੇਜ ਮੇਲਾ ਪਟਿਆਲਵੀਆਂ ਦਾ। ਇਹ ਉਹ ਮੇਲਾ ਹੈਗਾ ਜਿਹਦਾ ਉਹ 1 ਸਾਲ ਇੰਤਜ਼ਾਰ ਕਰਦੇ ਹੈਗੇ ਨੇ। ਸੋ ਪੰਜਾਬ ਦਾ ਉਹ ਮੇਲਾ ਪਟਿਆਲਾ ਹੈਰੀਟੇਜ ਮੇਲਾ 2023 ਦਾ ਅੱਜ ਆਖਰੀ ਦਿਨ ਹੈਗਾ। ਸੋ ਲੋਕ ਅੱਜ 4 ਗੁਣਾ ਕੱਲ ਨਾਲੋਂ 4 ਗੁਣਾ ਜ਼ਿਆਦਾ ਲੋਕ ਪਹੁੰਚੇ ਹੋਏ ਹੈਗੇ ਆ। ਸੇ ਇਹ ਭੀੜ ਮੇਰੇ ਹਿਸਾਬ ਨਾਲ ਕਈ ਗੁਣਾ ਜ਼ਿਆਦਾ ਹੋਰ ਵਧਣੀ ਹੈਗੀ ਹੈ। ਈ ਟਿਕਟਿੰਗ ਵੀ ਕੀਤੀ ਹੈਗੀ ਹੈ ਤੇ ਆਫਲਾਈਨ ਟਿਕਟਿੰਗ ਵੀ ਚੱਲ ਰਹੀ ਹੈਗੀ ਹੈ। ਅਗਰ ਈ ਟਿਕਟਿੰਗ ਦੀ ਕਿਸੇ ਨੂੰ ਦਿੱਕਤ ਆਉਂਦੀ ਹੈਗੀ ਹੈ ਤਾਂ ਆਫਲਾਈਨ ਦੀ ਟਿਕਟ ਹੈਗੀ ਹੈ ਔਰ 20 ਰੁਪਏ ਦੀ ਟਿਕਟ ਹੈਗੀ ਹੈ। ਕੋਈ ਐਸਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗਲਤ ਅਫਵਾਹਾਂ ਉੱਡ ਰਹੀਆਂ ਸੀਗੀਆਂ ਕਿ 100 ਰੁਪਏ ਦੀ ਟਿਕਟ ਹੈਗੀ ਹੈ ਸਟਾਰ ਨਾਈਟ ਵਾਲੇ ਦਿਨ, ਐਸਾ ਕੁਝ ਨਹੀਂ ਹੈ। ਸੋ ਆਲੇ ਦੁਆਲੇ ਦੇ ਜਿੰਨੇ ਵੀ ਪਟਿਆਲੇ ਦੇ ਪਿੰਡ ਹੈਗੇ ਆ, ਚਾਹੇ ਉਹ ਹਰਿਆਣੇ ਦੇ ਹੋਣ ਚਾਹੇ ਪੰਜਾਬ ਦੇ ਹੋਣ, ਔਰ ਪਟਿਆਲਵੀ ਲੋਕਲ ਪਟਿਆਲਵੀ ਜਿਹੜੇ ਪਟਿਆਲੇ ਸ਼ਹਿਰ ਦੇ ਵਿੱਚ ਬਿਲੋਂਗ ਕਰਦੇ ਹੈਗੇ ਨੇ, ਉਹ ਇੱਥੇ ਮੇਲੇ 'ਚ ਪਹੁੰਚੇ ਹੈਗੇ ਆ। ਪਹਿਲਾਂ ਐਂਟਰੀ ਤਾਂ ਤੁਸੀਂ ਦੇਖੋਗੇ ਬਹੁਤ ਸੋਹਣਾ ਗੇਟ ਬਣਾਇਆ ਹੈਗਾ। ਲੈਫਟ ਸਾਈਡ ਝੂਲੇ ਵੀ ਹੈਗੇ ਨੇ। ਤੁਹਾਨੂੰ ਇੱਕ ਵਾਰ ਅਸੀਂ ਬਾਹਰੀ ਦ੍ਰਿਸ਼ ਦਿਖਾਉਂਦੇ ਹੈਗੇ ਆ। ਸੋ ਲੈਫਟ ਸਾਈਡ ਦੇਖੋ, ਤੁਹਾਨੂੰ ਉਧਰ ਪੈਂਡੂਲਮ ਵੀ ਹੈਗਾ। 3 ਟਾਈਪ ਦੇ ਤਾਂ ਰਾਉਂਡ ਅਬਾਊਟ ਹੈਗੇ ਨੇ। ਸੋ ਦੇਖ ਸਕਦੇ ਹੈਗੇ ਹੋ ਕੈਮਲ ਦੀ ਸ਼ੇਪ ਦੇ ਵਿੱਚ ਇੱਕ ਸੈਲਫੀ ਬੂਥ ਬਣਾਇਆ ਗਿਆ। ਤੁਹਾਨੂੰ ਅਸੀਂ ਸੈਲਫੀ ਬੂਥ ਦੇ ਉੱਤੇ ਆ ਕੇ ਵੀ ਦਿਖਾ ਦਿੰਦੇ ਹੈਗੇ ਜਿੱਥੇ ਤੁਸੀਂ ਆਪਣੀਆਂ ਫੋਟੋਗ੍ਰਾਫਸ ਲਗਾ ਸਕਦੇ ਹੈਗੇ ਹੋ। ਸੈਲਫੀ ਬੂਥ ਬਣਾਇਆ ਗਿਆ ਤੁਸੀਂ ਆਪਣੀ ਇੱਥੇ ਕਲਚਰ ਨਾਲ, ਕਿਉਂਕਿ ਗਵਰਨਮੈਂਟ ਦਾ ਉਪਰਾਲਾ ਕੀ ਹੈ, ਰੰਗਲਾ ਪੰਜਾਬ ਦੇ ਵਿੱਚ ਸਿਰਫ ਪੰਜਾਬ ਨਾਲ ਰਿਲੇਟਡ ਚੀਜ਼ਾਂ ਹੀ ਨਹੀਂ ਹੈਗੀਆਂ, ਇੱਥੇ ਉਹ ਸਾਰੀ ਚੀਜ਼ਾਂ ਵੀ ਹੈਗੀਆਂ ਜੋ ਰਾਜਸਥਾਨ, ਯੂਪੀ ਔਰ ਐਮਪੀ ਔਰ ਸਾਡੇ ਪੰਜਾਬ ਦੀ ਹਰ ਸਟੇਟ ਦਾ ਕਲਚਰ ਤੁਹਾਨੂੰ ਅੱਜ ਸ਼ੀਸ਼ ਮਹਿਲ ਦੇ ਵਿੱਚ ਦਿਖੇਗਾ। ਇਹ ਰਾਜਸਥਾਨ ਦਾ ਉਹ ਕਲਚਰ ਇਸ ਸੈਲਫੀ ਬੂਥ ਦੇ ਉੱਤੇ ਦਿਖ ਰਿਹਾ ਹੈਗਾ। ਸੋ ਅਗੇਨ ਗੁਰਦੀਪ ਜੀ ਆਪਾਂ ਅੱਗੇ ਵਧਦੇ ਹੈਗੇ ਆ। ਸੋ ਤੁਸੀਂ ਦੇਖ ਸਕਦੇ ਹੈਗੇ ਹੋ ਪਹਿਲਾ ਹੀ ਬੂਥ ਹੈਗਾ ਜੋ ਜਿੱਦਾਂ ਤੁਸੀਂ ਸ਼ੀਸ਼ ਮਹਿਲ ਦੇ ਵਿੱਚ ਐਂਟਰ ਕਰੋਗੇ ਦੇਖ ਸਕਦੇ ਹੈਗੇ ਹੋ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਬੂਥ ਉਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਹੈਗਾ। ਸੋ ਦੇਖ ਸਕਦੇ ਹੈਗੇ ਹੋ ਜਿੱਦਾਂ ਹਾਊਸ ਮੇਡ ਚੀਜ਼ਾਂ ਬਣੀਆਂ ਹੋਈਆਂ ਹੈਗੀਆਂ। ਸੋ ਗਵਰਨਮੈਂਟ ਲਈ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਸੋ 550 ਰੁਪਏ ਦੇ ਵਿੱਚ ਜਾਂ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਚੀਜ਼ਾਂ ਹੈਗੀਆਂ, ਉਹ ਸਾਰੀ ਚੀਜ਼ਾਂ ਦਿਖਾਈਆਂ ਗਈਆਂ ਹੈਗੀਆਂ। ਸੋ एक बार मैम नाम मिलाने आ गया जो इस बूथ पे है ना। मैम व्हाट्स योर नेम? माय नेम इज़ पारुल गुप्ता। मैम आप कल भी थे यहाँ पे ड्यूटी पे? हाँ जी, पिछले 3 दिन से हम यहाँ पे हैं। तो मैम ये वेलफेयर एसोसिएशन आपकी जो बनी हुई है ये बेसिकली क्या काम करती है? बेसिकली मेरे हस्बैंड एक आर्मी ऑफिसर हैं और जैसे आपको पता है आर्मी ऑफिसर काम करते हैं तो हम लोग कई बार घर पे फ्री रहते हैं, तो इसी तरह से मैंने लास्ट ईयर जनवरी में इसको स्टार्ट किया था। मैंने घर पे ही अपनी हॉबी की तरह तौर पे इसको स्टार्ट किया। उसके बाद मेरी कुछ जवान की वाइफ्स जो होती हैं वो 4-5 फैमिलीज़ जो है मेरे साथ काम करती हैं, तो इसी तरह से हम इसको घर पे बैठ के इन चीज़ों को बनाते हैं। वी स्टार्टेड एज अ हॉबी एंड अभी तक हम 4-5 एग्जीबिशन इस चीज़ के हम लोग लगा चुके हैं और अपने सामान को बेचते हैं और जो भी मुनाफा होता है हम उनको डिस्ट्रीब्यूट करते हैं। मैम जो इसमें जो भी मतलब आपने प्रोडक्ट्स क्रिएट किए हुए हैं ये सिर्फ ऑल आर्मी फैमिलीज बना रही हैं या इसमें अदर पार्टीज भी बना रही हैं? नहीं, इसमें सिर्फ मेरी अपनी 4 या 5 फैमिलीज़ हैं। क्या एसोसिएशन? मेरी एसोसिएशन है वो आर्मी वाइफ्स वेलफेयर एसोसिएशन, उसके थ्रू हम ये लोग काम करते हैं। इसमें मतलब लेडीज़ काम कर रहे हैं और हस्बैंड हैं जो आर्मी मैन है वो सपोर्ट कर रहे हैं? वो हाँ जी बिल्कुल सपोर्ट करते हैं, उनके बिना तो हम कुछ नहीं कर सकते।
बहुत अच्छी बात है मैम। आपने सही बोला कि हम फाइनेंशियली बहुत बहुत सपोर्टिव हैं हस्बैंड के थ्रू, हमें इस चीज़ की ज़रूरत नहीं है, बट स्टिल एक फाइनेंशियल इंडिपेंडेंस चाहे वो कोई भी लेडी हो उसको ज़रूरत होती है। तो हम लोगों ने इसी तौर पे इसको स्टार्ट किया था, और जब हम कर सकते हैं तो कोई भी कर सकता है। मेरी जो फैमिलीज़ है वो बहुत ज़्यादा पढ़ी लिखी नहीं है, चाहे 10वीं पास है चाहे 12वीं पास है, कोई भी इस काम को कर सकता है। ये सिर्फ हाथ की कला है और हाथ से इस काम को हम लोग करते हैं। और हमने बहुत अच्छे अच्छे प्रोडक्ट्स बनाए हैं, जो हमने दिल्ली में भी एग्जिबिट किया था, हमने इलांटे मॉल में भी पिछले साल एग्जिबिट किया था, और बहुत ही अच्छा रिस्पॉन्स रहता है क्योंकि हाथ का बना हुआ काम है। तो मैम मेरी एक और एक्सपेक्टेशन है, जैसे आपने ये कलर्स बनाए हुए हैं, इसमें आप कुछ नेशनल, अगर हम नेशनल मैसेज दे सकें, ऑरेंज ग्रीन जैसे हमारे तिरंगा कलर हो। बेसिक हमने नॉर्मल रूटीन सबके लिए रिक्वायरमेंट के लिए बनाया है, बट अगर हमें बनाना हो तो हम ऑब्वियसली तिरंगा कलर में कर्टन्स बना सकते हैं बहुत बड़े, हाँ, और टेबल मैट्स बना सकते हैं तिरंगा कलर में, कुछ भी बन सकता है। क्या कहते हैं ना कि ये नहीं है कि आर्मी मैन के घर पे ही वैसी चीज़ें चाहिए, वो देश के हर नागरिक के चाहिए। इसलिए बिल्कुल, हाँ, पेट्रियोटिज्म तो हर किसी में और सब में बराबर है। आर्मी में हम थोड़ा कह सकते हैं ज़्यादा है, बट यस सब में बराबर है, और हर कोई इसके लिए कंट्रीब्यूट करता है। आर्मी मैन को हर एक इंडिया का नागरिक सपोर्ट करता है। सो आर्मी मैन है तो इंडिया है, ठीक है। सो देश आर्मी का होता है। पब्लिक तो ये कह सकते हैं कि हम पब्लिक तो सिर्फ आर्मी मैन को सल्यूट कर सकते हैं और कुछ नहीं, ठीक है। सो थैंक यू वेरी मच मैम, आपने अपनी जानकारी सारी साझा की। सो लास्ट में कुछ कहना चाहेंगे कि कैसा एक्सपीरियंस रहा आपको ये 25 से लेके मतलब अभी 5 मार्च आज लास्ट डे है इस पटियाला हेरिटेज मेले का, आपको कैसा लगा? हाँ, पटियाला में ये पहला है मेरा, बट बहुत ही अच्छा रिस्पांस दिया पटियाला के लोगों ने, वाकई बहुत अच्छा रहा। एंड आई थैंकफुल द हुएवर हैज़ ऑर्गेनाइज्ड इट, वंडरफुल क्राफ्ट मेला, एंड आई थैंक माय आवा वेलफेयर एसोसिएशन ऑल्सो फॉर दिस, बिकॉज दे आर ऑल्सो प्रोवाइडिंग अस द प्लेटफॉर्म। थैंक यू सो वेरी मच। थैंक यू मैम। सो एक वेलफेयर एसोसिएशन है जो आर्मी मैन, जितने भी हमारे पटियाला से आर्मी मैन हैं या ऑल ओवर इंडिया में जितने भी आर्मी मैन हैं, उनकी जो वाइफ्स हैं, ठीक है, सो उनकी जो एसोसिएशन बनी हुई है। तो हमारे इंडिया में ऐसा नहीं है कि अगर वो फाइनेंशियली स्टेबल भी हैं फिर भी वो अपनी हॉबी को चला रही हैं, वो एक एसोसिएशन बना रही हैं जो उनका टाइम फ्री है, तो उसके लिए उन्होंने यूटिलाइज करके एक एसोसिएशन बनाई है, और कितनी अच्छी चीज़ें उन्होंने प्रेजेंटेशन कर दी है कि वो आप भी कर सकते हो। इट्स ऑल अबाउट मोटिवेशन कि आप भी कर सकती हो। एक अगर आर्मी मैन की वाइफ कर सकती है तो हर वाइफ कर सकती है इंडिया की। सो ऐसी बहुत सारी चीज़ें आपको मोटिवेट करेंगी। आओ आगे आपको लेके चलते हैं। सैकेंड बूथ ਤੇ ਖੜੇ ਹੈਗੇ, ਸੋ ਸ਼ੀਸ਼ ਮਹਿਲ ਦੇ ਵਿੱਚ ਖੜੇ ਹੈਗੇ ਆ। ਸੋ ਅੱਜ ਲਾਸਟ ਸੈਕਿੰਡ ਆਪਾਂ ਕਹਿ ਨਹੀਂ ਸਕਦੇ ਹੈਗੇ, ਲਾਸਟ ਨੋਟ ਦਾ ਲੀਸਟ, ਅੱਜ ਲਾਸਟ ਡੇ ਹੈਗਾ, ਕਿਉਂਕਿ ਸ਼ੀਸ਼ ਮਹਿਲ ਦਾ ਮੇਲਾ 25 ਫਰਵਰੀ ਤੋਂ ਅੱਜ 5 ਮਾਰਚ ਹੋ ਚੁੱਕੀ ਹੈ। ਸੋ 5 ਮਾਰਚ ਸ਼ੀਸ਼ ਮਹਿਲ ਦਾ ਅੱਜ ਪਟਿਆਲਾ ਹੈਰੀਟੇਜ ਮੇਲੇ ਦਾ ਉਹ ਲਾਸਟ ਡੇ ਹੈਗਾ। ਸੋ ਸੈਕਿੰਡ ਬੂਥ ਇਹ ਹੈਗੀ ਆ ਡੈਫ ਕਮਿਊਨਿਟੀ ਆਫ ਇੰਡੀਆ। ਸੋ ਉਹ ਵੀ ਲੋਕ ਹੈਗੇ ਜੋ ਨਹੀਂ ਬੋਲ ਸਕਦੇ ਹੈਗੇ, ਪਰ ਲੇਕਿਨ ਉਹ ਸਾਈਨ ਲੈਂਗੁਏਜ ਸਮਝਦੇ ਹੈਗੇ ਹੈ, ਜੋ ਉਹਨਾਂ ਦੇ ਵਿੱਚ ਕਹਿੰਦੇ ਕੁਦਰਤ ਨੇ ਅਗਰ ਕੋਈ ਕਮੀ ਪਾਈ ਹੈਗੀ ਹੈ, ਬਟ ਉਹ ਲੋਕ ਆਪਣੇ ਆਪ ਨੂੰ ਇੰਨਾ ਟ੍ਰੇਨ ਕਰ ਲੈਂਦੇ ਹੈਗੇ। ਸਾਰੀ ਗੱਲ ਉਹ ਤੁਸੀਂ ਤੁਹਾਨੂੰ ਸਮਝਾ ਪਾਣਗੇ, ਗੱਲ ਕਰ ਪਾਣਗੇ। ਸਭ ਤੋਂ ਪਹਿਲਾਂ ਦਿਖਾਣੇ ਹੈਗੇ ਆ ਕਿ ਗੁਰਦੀਪ ਜੀ ਦਿਖਾਓ ਉੱਪਰ क्या लिखा गया है, लेट्स ऑल लर्न साइन लैंग्वेज लिखा हुआ है। ए फॉर एप्पल, ठीक है, ਇਹ ਕਿੱਦਾਂ ਸਮਝੀ ਜਾਂਦੀ ਹੈ, ਦੋਨੋਂ ਗੁੱਠੇ ਜੋੜ ਕੇ A ਫॉर A, B ਫॉर B, ਜਿੱਦਾਂ ਇੱਕ ਹਿਰਨ ਦਾ ਸਾਈਨ ਹੁੰਦਾ ਹੈਗਾ ਉਹ ਜੁੜਿਆ ਹੈਗਾ। C ਕਿੱਦਾਂ ਹੁੰਦੀ ਹੈਗੀ ਹੈ, ਅਗਰ ਤੁਸੀਂ ਕਿਸੇ ਉਸ ਬੰਦੇ ਨੂੰ ਦੇਖਦੇ ਹੈਗੇ ਉਹ ਐਸਾ ਹਿਊਮਨ ਬੀਇੰਗ ਜਿਹੜਾ ਨਹੀਂ ਬੋਲ ਸਕਦਾ ਹੈਗਾ, ਤੁਹਾਡੇ ਸਾਹਮਣੇ ਐਸੇ ਐਕਸ਼ਨ ਕਰ ਰਿਹਾ ਹੈਗਾ, ਤਾਂ ਉਸ ਨੂੰ ਤੁਸੀਂ ਅਗਰ ਕੋਈ ਗੱਲ ਕਰਨੀ ਹੈਗੀ ਉਹ ਕਿੱਦਾਂ ਗੱਲ ਕਰਦੇ ਹੈਗੇ, ਇਹਨਾਂ ਦਾ ਅਲਫਾਬੈਟ ਕਿੱਦਾਂ ਹੁੰਦਾ ਹੈਗਾ, A ਫॉर B, C ਕਿੱਦਾਂ ਦਾ ਹੁੰਦਾ ਹੈਗਾ, D ਕਿੱਦਾਂ ਦਾ ਹੈਗਾ, F ਕਿੱਦਾਂ ਹੁੰਦੀ ਹੈ, E ਕਿੱਦਾਂ ਹੁੰਦੀ ਹੈਗੀ ਹੈ। ਸੋ ਇਹ ਸਾਈਨ ਲੈਂਗੁਏਜ G ਕਿੱਦਾਂ ਹੈਗੀ ਹੈ, ਦੋਨੋਂ ਮੁੱਠੀਆਂ ਉੱਪਰ ਜੋੜ ਕੇ। ਸੋ ਇਹ ਉਹ ਕਮਿਊਨਿਟੀ ਹੈਗੀ ਹੈ ਡੈਫ ਕਮਿਊਨਿਟੀ ਆਫ ਇੰਡੀਆ। ਸੋ ਸਾਈਨ ਲੈਂਗੁਏਜ ਦੇ ਵਿੱਚ ਬੇਸਿਕਲੀ ਜਿਹੜੀ ਗੱਲ ਸਾਰੀ ਗੱਲ ਕੀਤੀ ਜਾਂਦੀ ਹੈਗੀ ਹੈ, ਪਟਿਆਲਾ ਐਸੋਸੀਏਸ਼ਨ ਹੈਗੀ ਹੈ, ਪਟਿਆਲਾ ਦੀ ਉਹ ਐਸੋਸੀਏਸ਼ਨ ਹੈ। ਸੋ ਆਓ ਆਪਾਂ ਮਿਲਾਨੇ ਹੈਗੇ ਆ ਇਹ ਸਾਰੀ ਐਸੋਸੀਏਸ਼ਨ ਦੇ ਨਾਲ। ਗੁਰਦੀਪ ਜੀ ਆਓ ਸਾਹਮਣੇ ਆ ਜਾਓ, ਸਰਦਾਰ ਜੀ ਖੜੇ ਹੈਗੇ ਨੇ। ਸੋ ਸਾਈਨ ਲੈਂਗੁਏਜ ਦੇ ਵਿੱਚ ਸਾਨੂੰ ਸਾਰੀ ਗੱਲ ਸਮਝਾਉਣਗੇ। ਸੋ ਨਾਲ ਮੈਮ ਵੀ ਖੜੇ ਹੈਗੇ ਨੇ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹੈ ਰਵਿੰਦਰ ਕੌਰ। ਹਾਂਜੀ, ਮੈਂ ਸਾਈਨ ਲੈਂਗੁਏਜ ਇੰਟਰਪ੍ਰੀਟਰ ਹਾਂ ਇੱਥੇ। ਹਾਂਜੀ, ਮੈਂ ਤੁਹਾਨੂੰ ਸਮਝਾਦਾ ਜੋ ਵੀ ਮੈਮ ਨਾਲ ਮੈਂ ਗੱਲ ਕਰ ਰਿਹਾ ਹੈਗਾ, ਮੈਮ ਰੁਪਿੰਦਰ ਜੀ ਹੈਗੇ ਆ, ਉਹਨਾਂ ਨੂੰ ਸਮਝਾ ਰਹੇ ਹੈਗੇ ਨੇ ਬੇਸਿਕਲੀ ਕਿ ਕੀ ਗੱਲ ਹੋ ਰਹੀ ਹੈਗੀ ਹੈ। ਉਹ ਸਾਰਾ ਕੁਝ ਸੁਣ ਸਕਦੇ ਹੈ। ਨਹੀਂ ਸੁਣ ਨਹੀਂ ਸਕਦੇ। ਹੀ ਇਜ਼ ਡੈਫ। ਡੈਫ ਦਾ ਮਤਲਬ ਹੀਅਰਿੰਗ ਇੰਪੇਅਰਡ। ਹੀ ਕਾਂਟ ਹੀਅਰ, ਕਾਂਟ ਸਪੀਕ। ਓਕੇ, ਹੀ ਇਜ਼ ਦ ਪ੍ਰੈਜ਼ੀਡੈਂਟ ਆਫ ਡੈਫ ਐਸੋਸੀਏਸ਼ਨ। ਕੁਐਸਚਨ ਪੁੱਛ ਸਕਦੇ ਹੋ, ਮੈਂ ਇੰਟਰਪ੍ਰੀਟ ਕਰ ਸਕਦੀ ਹਾਂ। ਤੁਸੀਂ ਇਹਨਾਂ ਤੋਂ ਕੁਐਸਚਨ ਪੁੱਛੋ। ਲੇਕਿਨ ਮੇਰੀ ਪਬਲਿਕ ਨੂੰ ਸਮਝ ਨਹੀਂ ਨਾ ਆਏ। ਨਹੀਂ, ਮੈਂ ਦੱਸਾਂਗੀ ਨਾ। ਹਾਂਜੀ, ਤੁਸੀਂ ਇਹਨਾਂ ਪ੍ਰਤੀ ਕੋਈ ਕੁਐਸਚਨ ਨੇ ਪੁੱਛੋ। ओके, कि ये एसोसिएशन कब बनी?
2010 में शुरू हुई थी ये एसोसिएशन, तब से लेके अब तक हम काम कर रहे हैं। क्या काम जैसे हम यहाँ पे देख रहे हैं हेरिटेज है, हम डेफ कम्युनिटी ऑफ इंडिया को प्रमोट कर रहे हैं। उसके अंदर क्या असेसिबिलिटी है, लोगों को पता है लैंग्वेजेस के बारे में, बट असेसिबिलिटी नहीं है। ठीक है, असेसिबिलिटी क्या है मैं आपको बताना चाहता हूँ। जैसे कि एक ऐप है DEF, आप देख भी सकते हैं यहाँ पे ISL ऐप। सो दिस ऐप, इसका क्या यूज़ है, अगर कोई डेफ पर्सन के साथ कोई हेयरिंग पर्सन कम्युनिकेट करना चाहता है, नहीं हो पा रही, तो हम इसको फ्री ऑफ कॉस्ट है डाउनलोड करके इससे बेसिक लैंग्वेज सीख सकते हैं, साइन लैंग्वेज। उसके बाद हम कम्युनिकेट ईजी से कर सकते हैं एक डेफ के साथ। ठीक है, तो ये बहुत यूज़फुल ऐप है। मैम जैसे आपने अल्फ़ाबेट का मैंने देखा बाहर साइन लैंग्वेज में अल्फ़ाबेट था ABCD है ना, ऑल A to Z। तो कैन यू आप मेरे को A से स्टार्ट करके सर साइन बताएंगे? आप A बोलोगे सर। ओके, दिस इज A B C D E F G H I J K L M N O P Q R S T U V W X Y Z। सो इट्स ऑल अबाउट साइन लैंग्वेज। सो मैम उनके इंटरप्रेटर हैं, सब चीज़ समझ रहे हैं। सो सरदार जी हैं जो इस एसोसिएशन के प्रेसिडेंट हैं। सो मैम इंटरप्रेटर हैं। सो ये पटियाला एसोसिएशन की वो एसोसिएशन है जो ऑल ओवर इंडिया में साइन लैंग्वेज से उन लोगों के लिए हेल्पफुल है जो नहीं बोल सकते हैं, नहीं सुन सकते हैं। सो लास्ट में मैं मैम से बात करना चाहूँगा कि आपकी जो एसोसिएशन है उसके लिए आप पब्लिक को क्या कहना चाहोगे? क्या बात आप कोई मैसेज देना चाहते हैं? जैसे कि सारी हेयरिंग कम्युनिटी है, जब कोई डेफ साइन करता है, जब बात कर रहा होता है तो वो बात नहीं अच्छे से सुनते, जैसे हम कैसे निगलेक्ट करते हैं, उससे क्या होता है कि डेफ पर्सन का जो कॉन्फिडेंस है वो लो हो जाता है। तो मैं सिर्फ यही बताना चाहता हूँ कि आप भी प्लीज़ ये बेसिक लैंग्वेज सीखो और सेंसिटाइज हो कि डेफ भी आगे बढ़ सकें आपकी तरह और कॉन्फिडेंट हो सकें। आपके कहने का मतलब मैम कि स्कूल में ये बेसिक सिलेबस होना चाहिए, चाहे वो कहते नहीं है कि दूसरों की प्रॉब्लम समझने के लिए भी ये चीज़ें होनी चाहिए कि अगर नॉर्मल बच्चा जिसमें कोई आप कह सकते हैं डिसेबिलिटी नहीं है। चाहती हूँ ये भी नॉर्मल हैं, नेचुरल हैं, ये थोड़े डिफरेंट हैं, स्पेशल हम कह सकते हैं। तो दूसरे अब हम बोल सकते हैं हेयरिंग बच्चा, हेयरिंग लोग, हेयरिंग कम्युनिटी, जैसे कि हम हैं, नॉर्मल नहीं बोल सकते। मतलब हमारे में प्रॉब्लम है कि हम आपकी लैंग्वेज नहीं समझ रहे हैं, अदरवाइज आप तो मतलब बिना बोले और बिना सुने भी सीख रहे हो। यस यही बात है ना? यस। तो कमी हम में है, सर में नहीं है, क्योंकि सर तो बिना बोले बिना सुने सब कुछ साइन लैंग्वेज में समझ भी रहे हैं और समझा भी रहे हैं और एक दूसरे को समझा भी सकते हैं। कमी हम में है, हम इनको नहीं पढ़ सकते हैं, लेकिन हमें ये कहना चाहेंगे कि हम भी गवर्नमेंट को कहेंगे कि ऐसी लैंग्वेज, साइन लैंग्वेज जो सर ने मेंशन की है ABCD, ये हर स्कूल में बच्चों को होनी चाहिए ताकि ये बच्चे एक दूसरे को कम्युनिकेट कर सकें। जब बड़े हो जाएं तो आपस में इनको भी अगर लाइफ पार्टनर अगर कोई ऐसा मिले तो एक दूसरे को समझ सकें। अगर हेयरिंग पर्सन इनका लाइफ पार्टनर बनता है, इमोशनली एक दूसरे के साथ अटैच होते हैं, लेकिन उस एक दूसरे को लैंग्वेज से समझा सकें। सो लैंग्वेज सबको आनी चाहिए, क्योंकि नॉर्मल दुनिया में जब हेयरिंग कम्युनिटी में ये जाते हैं तो इनको साइन लैंग्वेज समझाते हैं तो सामने वाले को भी समझ आनी चाहिए कि A फॉर एप्पल, B फॉर बी और जो साइन है कि वो कैसे एक दूसरे को कम्युनिकेट करने में प्रॉब्लम ना आए। ऐसे बहुत सारी चीज़ें हैं जो सिलेबस में होनी चाहिए। सो मैं यही कहना चाहूँगा, जैसे पार्ट्स ऑफ बॉडी है, सो इनकी भी बुक्स हैं सारी, ये सिलेबस में होनी चाहिए। फूड के रिलेटेड ये पिक्चर्स होंगी। सो ये बॉडी पार्ट्स हैं, थ्रॉट है, जैसे उन्होंने रिस्ट के बारे में बताया हुआ है, चिन के बारे में बताया है। मतलब होता है लैंग्वेज का मतलब है सभी वर्ड्स के साइन है इसमें। डेफिनेटली मैम, अभी देखो कहते हैं ह्यूमन कम्युनिटी आगे बढ़ चुकी है, बहुत सारी कम्युनिटी बढ़ चुकी है, लेकिन अगर हम बैक टू BC अगर बहुत पीछे जाएं, जबकि उस टाइम पे कोई ऐसी लैंग्वेज नहीं थी, ठीक है, तब भी तो हम साइन में पढ़ते थे, पिक्चर से होता था। अगर हम पीछे जाएं बहुत, जैसे कि पहले आप बोल रहे हैं कि पहले जैसे काफ़ी पहले जब कोई लैंग्वेजेस थी, जैसे हिंदी, पंजाबी, इंग्लिश, सभी लैंग्वेजेस थी। जैसे अभी भी हैं ऑफिशियल लैंग्वेज 22 हैं। हम ट्राई कर रहे हैं, गवर्नमेंट को कहना चाहते हैं कि इंडियन साइन लैंग्वेज को भी ऑफिशियल साइन लैंग्वेज में ऐड। मैं भी सेम बोल रहा हूँ।
मैं भी सेम बोल रहा हूँ सर. So nice to meet you. What's your name? ਇਹਨਾਂ ਦਾ ਨਾਮ ਹੈ ਜਗਦੀਪ ਸਿੰਘ. ਹਾਂਜੀ, Jagdeep Singh. Nice to meet you. ਇਹ ਸਾਰੀ ਸਾਡੀ ਟੀਮ ਹੈ ਜਿਹੜੀ ਇਹ ਸਾਰੇ ਡੈਫ ਨੇ ਤੇ ਇਹਨਾਂ ਲਈ ਕਲੈਪਿੰਗ ਹੋ ਜੇ ਜਿਹੜੇ ਇੰਨਾ ਹਾਰਡ ਵਰਕ ਕਰਦੇ ਆ. Definitely. Nice to meet you all. He wants to say something about this. Okay. ਹਾਂ, ਐਡ ਕਰਨਾ ਚਾਹੁੰਦੇ ਆ ਕਿ ਜਿਵੇਂ ਅਸੀਂ ਅਸੈਸਿਬਿਲਿਟੀ ਦੱਸੀ ਸੀ ਇੱਕ ਐਪ, ਇੱਕ ਹੋਰ ਵੀ ਹੈ ਸਾਈਨੇਬਲ ਕਮਿਊਨੀਕੇਸ਼ਨ. ਦਿਸ ਇਜ਼ ਵੀਡੀਓ ਰਿਲੇ ਸਰਵਿਸ. ਜੇ ਕੋਈ ਡੈਫ ਕਿਸੇ ਹੇਅਰਿੰਗ ਬੰਦੇ ਨਾਲ ਕਮਿਊਨੀਕੇਟ ਨਹੀਂ ਕਰ ਪਾ ਰਿਹਾ, ਹੇਅਰਿੰਗ ਨੂੰ ਸਾਈਨ ਲੈਂਗੁਏਜ ਨਹੀਂ ਆਉਂਦੀ, ਤਾਂ ਆਪਾਂ ਇਸ ਐਪ ਦੇ ਥਰੂ, ਇਸ ਵੀਡੀਓ ਰਿਲੇ ਸਰਵਿਸ ਦੇ ਥਰੂ, ਜੇ ਤੁਹਾਡਾ ਨੰਬਰ ਉਸ ਡੈਫ ਕੋਲ ਹੈ, ਉਹ ਜਦੋਂ ਕਾਲ ਲਗਾਏਗਾ ਉੱਥੇ ਇੱਕ ਲਾਈਵ ਇੰਟਰਪ੍ਰੇਟਰ ਹੋਏਗਾ ਜਿਹੜਾ ਫੋਨ ਦੇ ਥਰੂ ਹਾਂਜੀ ਇੰਟਰਪ੍ਰੇਟ ਕਰੇਗਾ, ਟਰਾਂਸਲੇਟ ਕਰੇਗਾ, ਤੁਹਾਡੀ ਗੱਲ ਉਹਨਾਂ ਤੱਕ ਪਹੁੰਚਾਏਗਾ, ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾਏਗਾ. ਕਿਸੇ ਡਾਕਟਰ ਕੋਲ ਗਿਆ ਹੈ ਤਾਂ ਉਹ ਗੱਲ ਕਰਨੀ ਨਹੀਂ ਹੋ ਰਹੀ ਕਿ ਡਾਕਟਰ ਨੂੰ ਸਾਈਨ ਲੈਂਗੁਏਜ ਨਹੀਂ ਆਉਂਦੀ, ਅਸੈਸਿਬਿਲਿਟੀ ਨਹੀਂ, ਤਾਂ ਉਹ ਲਾਈਵ ਅਸੈਸਿਬਿਲਿਟੀ मिल जाएगी. सो गवर्नमेंट को यही कहना चाहेंगे कि अगर आपने स्कूलों में फ्रेंच सिखा रहे हो, अदर कंट्री की लैंग्वेज सिखा रहे हो, चाहे वो इटालियन हो, फ्रेंच हो, कोरियन हो, तो ये चीज़ें तो बेसिकली एक ह्यूमन दूसरे ह्यूमन से बात कर पाए. अगर वो कहते हैं ना कि हेयरिंग कम्युनिटी और एक नॉन हेयरिंग कम्युनिटी कम से कम आपस में बात कर सके, कि वो कैसे करेंगे अगर आप उन सिलेबस में, स्कूल के सिलेबस में उनका सिलेबस डालोगे. सर ने बताया कि साइन एबल एक ऐप है, इसके ज़रिए एक दूसरे से कम्युनिकेट कर सकते हैं. बहुत अच्छा लगा मुझे मिलके. सो फ्रॉम माई हार्ट आई रियली अप्रिशिएट कि आप यू आर मोर, कह सकता हूँ कि यू आर मोर पावरफुल देन अस. यस. So here we are weak. So thank you very much. So all the best from Vivek Media. Thank you ma'am. So thank you. So हाँ जी. लिंक सेंड कर देना अपनी न्यूज़. ओके. सो मैम ने मेरे को विजिटिंग कार्ड दिया हुआ है पटियाला एसोसिएशन डेफ कम्युनिटी. सो मिस्टर जगदीप सिंह जी जो प्रेसिडेंट हैं सरदार बॉय, सो उनका ये कार्ड है. सो सर का मोबाइल नंबर भी बोलता हूँ मैं. सो जो सर साइन लैंग्वेज में समझा रहे हैं, किसी को भी सर से कोई हेल्प लेनी हो, सो सर का मोबाइल नंबर है 9646851263. अनदर व्हाट्सएप नंबर है 9551700063. सो मिस्टर जगदीप सिंह जी हैं, व्हाट्सएप कर सकते हैं. सर आपको साइन लैंग्वेज से सब कुछ समझाएंगे, सिखाएंगे और इंटरप्रेट करेंगे. सो किसी को भी अगर इस कम्युनिटी से जुड़ना है, सो आप जुड़ सकते हैं. थैंक यू वेरी मच. अदर ऐप भी है, साइन एबल ऐप. सो ये चीज़ें ह्यूमनिटी के लिए बहुत ज़रूरी हैं. सो क्या नाम है सर? ਕੀ ਹਾਲ ਹੈ ਜੀ? ठीक हो सर? ਬਹੁਤ ਵਧੀਆ, ਤੁਸੀਂ ਸੁਣਾਓ? कितों क्या नाम है सर ਤੁਹਾਡਾ? ਮੇਰਾ ਅਮਰਜੀਤ ਸਿੰਘ ਜੀ. ਅਮਰਜੀਤ ਜੀ ਸਰ, ਪਹਿਲੀ ਵਾਰ ਆ ਰਹੇ ਹੋ ਅੱਜ? ਨਾ ਜੀ, ਸ਼ੁਰੂ ਤੋਂ ਹੀ ਆ ਰਹੇ, ਜਦੋਂ ਵੀ ਲੱਗਦਾ. ਨਹੀਂ ਮਤਲਬ 10 ਦਿਨ ਦਾ ਜਿਹੜਾ ਮੇਲਾ. ਹਾਂ, ਇਸ ਤੋਂ ਪਹਿਲਾਂ, ਹਾਂ, ਫਸਟ ਡੇ. ਅੱਜ ਲਾਸਟ ਪਤਾ ਸੀ ਲੱਗਿਆ ਤੇ ਅੱਜ ਆਏ. ਸਰ ਅੱਜ ਫਾਈਨਲ ਮੈਚ ਦੇਖਣ ਆਏ ਹੈਗੇ. ਪੂਰਾ ਕੀ ਕੰਮ ਕਰਦੇ ਸਰ? ਸਟੇਸ਼ਨਰੀ ਦਾ ਕੰਮ ਹੈ ਆਪਣਾ. ਹਾਂ ਹਾਂ, ਮਤਲਬ ਅੱਜ ਤੁਸੀਂ ਹੁਣ ਫੈਮਿਲੀ ਨਾਲ ਆਏ ਹੋ? ਫੈਮਿਲੀ ਨਾਲ ਜੀ 10 ਬੰਦੇ ਆਏ ਆ, ਫੈਮਿਲੀ ਪੂਰੀ ਆਈ ਹੈ. ਬੱਚੇ ਨਾਲ ਆਏ ਹੋ? ਇਹ ਵੀ ਬੱਚੇ ਆਪਣੇ ਹੈ? ਨਹੀਂ, ਮੇਰੇ ਬੱਚੇ ਤਾਂ ਵੱਡੇ ਆ. ਅੱਛਾ. ਸਰ ਹੋਰ ਕੁਝ ਕਹਿਣਾ ਚਾਹੋਗੇ ਕਿ ਇਹ ਗਵਰਨਮੈਂਟ ਦਾ ਜਿਹੜਾ ਉਪਰਾਲਾ ਹੈਗਾ? ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ. ਕੀ ਕਹਿਣਾ ਚਾਹੋਗੇ ਸਰ, ਇਦਾਂ ਦੇ ਮੇਲੇ ਆਰਗੇਨਾਈਜ਼ ਕਰਨੇ ਚਾਹੀਦੇ? ਸਾਲ 4 ਹੋਣੇ ਚਾਹੀਦੇ ਘੱਟੋ ਘੱਟ. ਸਾਲ 'ਚ 4 ਹੋਣੇ ਚਾਹੀਦੇ. ਹਾਂਜੀ. ਰੇਟ ਵੀ ਠੀਕ ਹੈ, 20 ਰੁਪਏ ਟਿਕਟ ਹੈ. ਹਾਂ, ਟਿਕਟ ਤਾਂ ਤਾਂ ਸੋਸ਼ਲ ਮੀਡੀਆ ਤੇ ਕਹਿ ਰਹੇ ਸੀਗੇ 100 ਰੁਪਏ ਟਿਕਟ ਹੋ ਗਈ ਹੈ, ਉਹ ਗੱਲਾਂ ਅਫਵਾਹਾਂ ਸੀ. ਅਫਵਾਹਾਂ ਸੀ, ਬਿਲਕੁਲ ਅਫਵਾਹ ਸੀ. ਨਾਈਟ ਵਾਲੇ ਦਿਨ 100 ਰੁਪਏ ਹੋਏਗੀ. ਨਹੀਂ, ਉਹ ਈਵਨ ਕਿ ਪਾਰਕਿੰਗ 'ਚ ਵੀ ਕਹਿ ਰਹੇ ਸੀਗੇ ਕਿ 40 ਰੁਪਏ 50 ਰੁਪਏ ਫੋਟੋ ਲੋਕ ਫੇਕ ਪਾ ਰਹੇ ਸੀਗੇ. ਨਾਰਮਲ 10 ਰੁਪਏ ਟਿਕਟ ਹੈ. ਸਭ ਅਫਵਾਹ ਸੀ, ਆ ਕੇ ਪਤਾ ਲੱਗਦਾ ਸਭ ਕੁਝ ਜਾਇਜ਼. ਸੋ ਇਹੀ ਕਹਿਣਾ ਚਾਹਾਂਗੇ ਸਰਦਾਰ ਜੀ ਵੀ ਦੇਖੋ ਤੁਹਾਡੇ ਲਈ ਲਾਈਵ ਐਕਸਪੀਰੀਅੰਸ ਦਵਾ ਰਹੇ ਹੈਗੇ ਆ कि सुनो मैं एज पब्लिक तो भी कहा है कि ऐसा कुछ नहीं है. 20 रुपये टिकट है, अज भी है, लास्ट डे है. गवर्नमेंट ऐसा कुछ भी नहीं कर दी हैगी. अगर 20 रुपये टिकट पहले दिन तो हैगी है तो अज भी 20 रुपये टिकट ही है. कोई स्टार नाइट, कोई सिंगरां वास्ते कोई एक्सट्रा कोई डोनेशन नहीं उन्होंने इकट्ठी की हैगी. सर होर कुछ कहना चाहोगे विवेक मीडिया के व्यूअर्स ने मेले च? ਬਹੁਤ ਵਧੀਆ, ਸਾਰੇ ਰਾਜੀ ਰਹਿਣ, ਖੁਸ਼ੀ ਰਹਿਣ, ਬਸ ਇਹੀ ਸਰਬੱਤ ਦਾ ਭਲਾ. ਠੀਕ, ਥੈਂਕ ਯੂ. ਮੋਸਟ ਵੈਲਕਮ ਤੁਹਾਡਾ ਸਰ, ਇੰਜੋਏ ਕਰੋ. ਸੋ ਇਹ ਉਹ ਪਬਲਿਕ ਹੈਗੀ ਹੈ, ਸੋ ਜਿਹੜੇ ਕਹਿੰਦੇ ਆ ਅੱਜ ਹੁਣ ਆ ਕੇ ਪਹੁੰਚ ਰਹੀ ਹੈਗੀ ਹੈ, ਪਿੱਛੇ ਤੁਹਾਨੂੰ ਅੱਗੇ ਵੀ ਅਸੀਂ ਮਲਾਨੇ ਹੈਗੇ ਆ, ਬਹੁਤ ਸਾਰੀ ਪਬਲਿਕ ਹੈਗੀ ਹੈ. ਹਾਂਜੀ ਬੇਟਾ ਕੀ ਆਪ ਕੁਝ ਕਹਿਣਾ ਚਾਹੋਗੇ? ਨਾ ਜੀ ਨਾ. ਚਲੋ ਫਿਰ ਤੁਸੀਂ ਮੇਲੇ 'ਚ ਇੰਜੋਏ ਕਰੋ. ਕਿ ਮੇਲਾ ਜਿੱਦਾਂ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ ਨਾ, ਉਹ ਮੇਲਾ ਅੱਜ ਕਹਿੰਦੇ ਆ ਪਟਿਆਲਾ ਸ਼ਹਿਰ ਦੇ ਵਿੱਚ ਸ਼ੀਸ਼ ਮਹਿਲ ਦੇ ਵਿੱਚ ਲੱਗਿਆ ਹੋਇਆ ਹੈਗਾ. ਇਹ ਉਦੋਂ ਵੀ ਕਿਤੇ ਕਹਿੰਦੇ ਆਪਾਂ 50 ਗੁਣਾ ਕਹਿ ਸਕਦੇ ਹੈਗੇ ਆ. ਪਿੰਡਾਂ ਦੇ ਵਿੱਚ ਮੇਲੇ ਹੁੰਦੇ ਸੀਗੇ 200 500 1000 2000
ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੈਗੇ ਕਿਉਂਕਿ ਇੱਥੇ ਕਈ ਪਿੰਡਾਂ ਦੇ ਪਿੰਡ ਔਰ ਸ਼ਹਿਰਾਂ ਦੇ ਸ਼ਹਿਰ ਇਹ ਪਟਿਆਲ ਵੀ ਇਸ ਮੇਲੇ ਦਾ ਬੜਾ ਇੰਤਜ਼ਾਰ ਕਰਦੇ ਨੇ ਕਿਉਂਕਿ ਹਰ ਸਾਲ ਜਦੋਂ ਇਹ ਮੇਲਾ ਲੱਗਦਾ ਗਵਰਨਮੈਂਟ ਆਰਗੇਨਾਈਜ਼ ਕਰਦੀ ਹੈ। ਸੋ ਦੇਖ ਸਕਦੇ ਹੋ ਪਿੱਛੇ ਸੈਂਟਰ ਦੇ ਵਿੱਚ ਸਪੈਸ਼ਲ ਸਿਕਿਉਰਿਟੀ ਰੂਮ ਵੀ ਬਣਾਇਆ ਗਿਆ ਹੈਗਾ। ਗੁਰਦੀਪ ਜੀ ਦਿਖਾਓ ਪਿੱਛੇ, ਅਸੀਂ ਉਧਰ ਵੀ ਤੁਹਾਨੂੰ ਦਿਖਾਵਾਂਗੇ, ਇੱਕ ਵਾਰ ਚਾਨਣਾ ਪਵਾਵਾਂਗੇ। ਸੋ ਪਿੱਛੇ ਅਸੀਂ ਮੇਨ ਐਂਟਰੀ ਤੇ ਖੜੇ ਹੈਗੇ ਆ। ਸੋ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੋਟੋ ਬੂਥ ਵੀ ਬਣਾਇਆ ਹੈਗਾ ਜੋ ਪੁਰਾਣਾ ਕਿਲੇ ਦੇ ਵਿੱਚ 12 ਦਰੀ ਦੇ ਵਿੱਚ ਬਣੇ ਹੁੰਦੇ ਹੈਗੇ, ਜਿਹੜੀਆਂ ਹਟਸ ਹੁੰਦੀਆਂ ਹੈਗੀਆਂ, ਫਲਾਵਰ ਲੱਗੀ ਹੋਈ ਹੈਗੀ, ਉੱਥੇ ਫੈਮਲੀਆਂ ਬੈਠ ਕੇ ਫੋਟੋ ਵੀ ਕਰਵਾ ਰਹੀਆਂ ਹੈਗੀਆਂ। ਪਟਿਆਲਾ ਹੈਰੀਟੇਜ ਮੇਲਾ ਲੱਗਿਆ ਹੋਇਆ ਹੈ। ਸੋ ਅੱਜ ਲਾਸਟ ਡੇ ਹੈਗਾ ਹੈ। ਜਿਹੜੇ ਵੀ ਦਰਸ਼ਕ ਹੈਗੇ ਹੈ ਵਿਵੇਕ ਮੀਡੀਆ ਦੇ ਵਿਊਅਰਸ ਹੈਗੇ ਆ, ਵੀਡੀਓ ਦੇਖ ਰਹੇ ਹੈਗੇ ਨੇ, ਸੋ ਲਾਸਟ ਡੇ ਹੈਗਾ। ਸੋ ਇਸ ਵਾਰ ਮੇਲੇ ਦੀ ਵੀਡੀਓ ਦੇਖ ਲਓ, ਅਗਰ ਇਸ ਵਾਰ ਮਿਸ ਕਰ ਗਏ ਹੈਗੇ ਹੋ ਤਾਂ ਅਗਲੀ ਵਾਰ ਜ਼ਰੂਰ ਆਇਓ। ਸੋ ਨਾਲ ਹੀ ਇਹ ਕਹਿਣਾ ਚਾਹਾਂਗੇ ਇਸ ਵਾਰ ਮੇਲੇ 'ਚ ਕੀ ਹੈਗਾ, ਇੱਕ ਬੂਥ ਹੈਗਾ ਸਰਦਾਰ ਜੀ ਦਾ ਬੂਥ ਹੈਗਾ। ਸੋ ਬੇਸਿਕਲੀ ਸਰ ਦਾ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਜਿਹੜੀ ਸੈਗਮੈਂਟ ਹੈਗੀ ਆ ਬੜੀ ਸਪੈਸ਼ਲ ਹੈਗੀ ਹੈ। ਇਹ ਸਾਡੇ ਕਹਿੰਦੇ ਨੇ ਹੋਮ ਡੈਕੋਰੇਸ਼ਨ ਦੇ ਵਿੱਚ ਸਾਡੀਆਂ ਯੂਜ਼ਿੰਗ ਪ੍ਰੋਡਕਟਸ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਜੋ ਅਸੀਂ ਆਮ ਰੂਟੀਨ 'ਚ ਯੂਜ਼ ਕਰਦੇ ਹੈਗੇ ਹਾਂ। ਸਰ ਕੀ ਨਾਮ ਹੈ ਸਰ ਤੁਹਾਡਾ? ਰਮਨਦੀਪ ਸਿੰਘ ਨਾਮ ਹੈ ਜੀ ਮੇਰਾ। ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਪਟਿਆਲੇ ਤੋਂ ਹੀ ਹਾਂ ਜੀ। ਹਾਂਜੀ ਇਹ ਪੁੱਛਣਾ ਚਾਹਾਂਗੇ ਸਰ ਜਿਹੜੀ ਇਹ ਸੈਗਮੈਂਟ ਹੈਗੀ ਹੈ, ਕਹਿੰਦੇ ਗਵਰਨਮੈਂਟ ਨੇ ਕਰਾਫਟ ਮੇਲਾ ਲਗਾਇਆ ਹੈਗਾ, ਹੈਂਡ ਕਰਾਫਟ ਦਾ ਮੇਲਾ ਹੈਗਾ। ਤੁਹਾਡੀ ਇਹ ਜਿਹੜੀ ਕਰਾਫਟਿੰਗ ਹੈਗੀ ਹੈ ਇਹ ਕਿਹੜੀ ਕੈਟਾਗਰੀ 'ਚ ਆ ਜਾਂਦੀ ਹੈ? ਇਹ ਮੈਕਰੇਮ ਦੇ ਵਿੱਚ ਆ ਜਾਂਦੀ ਹੈ, ਜੂਟ ਦੇ ਵਿੱਚ ਆ ਜਾਂਦੀ ਹੈ। ਜਿਵੇਂ ਜੂਟ ਦੇ ਵਿੱਚ ਸਾਡੇ ਕੋਲ ਰਗਜ਼ ਹੈ, ਮੈਟਸ ਹੈ, ਦਰੀਜ਼ ਹੈ, ਤੇ ਇਹਦੇ ਮੈਕਰੇਮ ਦੇ ਵਿੱਚ ਝੂਮਰ ਹੈ, ਆਪਣੇ ਵਾਲ ਹੈਂਗਿੰਗਸ ਹੈ। ਉਸ ਤੋਂ ਬਾਅਦ ਆਪਣੇ ਮਿਰਰਸ ਆ ਜਾਣਗੇ। ਸਰ ਸਾਰੀ ਹੈਂਡ ਕਰਾਫਟਿੰਗ ਹੈ ਜਾਂ ਕੁਝ ਮਸ਼ੀਨੀ ਵੀ? ਹੈਂਡ ਕਰਾਫਟਿੰਗ ਹੈ। ਹੈਂਡ ਕਰਾਫਟਿੰਗ ਦੇ ਵਿੱਚ ਹਾਂਜੀ ਸਰ ਇਹ ਪਰ ਸਾਡੀ ਜਿਹੜੀ ਪ੍ਰੋਡਕਸ਼ਨ ਹੈਗੀ ਹੈ, ਈਵਨ ਕਿ ਚਾਹੇ ਕੋਈ ਮੈਟ ਹੋਵੇ ਚਾਹੇ ਕਾਰਪੇਟ ਹੋਵੇ, ਇਹ ਮੈਟ ਹੀ ਹੈ ਜੀ। ਹਾਂਜੀ ਸਾਰੇ ਹੈਂਡਮੇਡਡ ਹੀ ਹੈ। ਇਹ ਅਸੀਂ ਬਣਵਾਉਂਦੇ ਆ, ਸਾਡੇ ਅੱਗੇ ਕਾਰੀਗਰਸ ਨੇ। ਹਾਂਜੀ ਸਾਰੀ ਪ੍ਰੋਡਕਸ਼ਨ ਪਟਿਆਲੇ ਤੋਂ ਹੁੰਦੀ ਹੈ। ਇਹ ਸਾਰੀ ਪ੍ਰੋਡਕਸ਼ਨ ਸਾਡੀ ਬਾਹਰੋਂ ਹੈ। ਹਾਂਜੀ ਸੋ ਸਰ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਕੀ ਕੀ ਹੈਗਾ, ਆਪਾਂ ਥੋੜਾ ਜਿਹਾ ਗੋ ਥਰੂ ਕਰਾਵਾਂਗੇ ਤੁਹਾਡੇ ਜਿਹੜੇ ਪ੍ਰੋਡਕਟਸ ਹੈਗੇ। ਜਿਹੜੇ ਉਹ ਸਾਡੇ ਆਰਗੈਨਿਕ ਪਫਸ ਪਏ ਨੇ ਅੱਗੇ, ਉਹਦੇ ਵਿੱਚ ਨਾ ਕੋਈ ਨੁਕਸਾਨ ਹੈ, ਘਰ ਦੇ ਵਿੱਚ ਸੇਫ ਹੈ। ਇੱਕ ਤਾਂ ਆਰਗੈਨਿਕ ਜੂਟ ਦੇ ਵਿੱਚ ਨੇ, ਈਜ਼ੀ ਵਾਸ਼ ਹੈ, ਸਾਰਾ ਕੁਝ ਹੈ, ਜੂਟ ਦੇ ਵਿੱਚ ਬਣਿਆ ਹੋਇਆ। ਜਿਵੇਂ ਅੱਜ ਕੱਲ੍ਹ ਲੋਕ ਕੁਸ਼ਨਸ ਰੱਖਦੇ ਹੈਗੇ ਨੇ ਉਹ ਫੈਬਰਿਕ ਵਾਲੇ ਹੁੰਦੇ ਨੇ, ਜਿਹੜੀ ਆਪਾਂ ਕਹਿ ਰਹੀ ਅੱਜ ਕੱਲ੍ਹ ਉਹ ਜਿਵੇਂ ਹੁਣ ਫਾਈਬਰ ਵਾਲੇ ਆਉਂਦੇ ਹੈਗੇ ਆ, ਉਹਨਾਂ ਦਾ ਨੁਕਸਾਨ ਹੈ। ਉਹ ਫੈਬਰਿਕ ਜਿਹੜਾ ਹੈਗਾ ਉਹਦਾ ਜੂਟ ਦੇ ਵਿੱਚ ਬਣਿਆ ਹੋਇਆ, ਆਰਗੈਨਿਕ ਜੂਟ ਹੈ। ਇਹਦਾ ਕੋਈ ਹਾਰਮਫੁਲ ਨਹੀਂ ਹੈ, ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ, ਜਿਵੇਂ ਮਰਜ਼ੀ ਤੁਸੀਂ। ਇਹਦਾ ਈਜ਼ੀ ਵਾਸ਼ ਹੈ, ਕੱਪੜਾ ਉਤਾਰ ਕੇ ਤੁਸੀਂ ਵਾਸ਼ ਕਰ। ਅੰਦਰਲਾ ਇੰਟਰਨਲ ਮਟੀਰੀਅਲ ਹੈਗਾ ਦੇ ਵਿੱਚ ਸਾਰਾ ਜੂਟ ਦੇ ਵਿੱਚ ਬਣਿਆ ਹੋਇਆ। ਸਰ ਇਹ ਕੀ ਚੀਜ਼ ਹੈ ਫਿਰ? ਇਹ ਤਾਂ ਪਲੇਸਮੈਟਸ ਹੈ ਜੀ, ਇਹਨੂੰ ਤੁਸੀਂ ਕਿੱਥੇ ਵੀ ਰੱਖ ਸਕਦੇ ਹੋ। ਇਹਦੇ ਨਾਲ ਦੇ ਪਲੇਸਮੈਟ ਸੀਗੇ, ਇਹ ਹੈਂਡ ਨਿਟਡ ਹੁੰਦੇ ਨੇ। ਹਾਂਜੀ ਮੈਕਰੇਮ ਦੇ ਵਿੱਚ ਹੋਰ ਵੀ ਮੈਟ ਸੀਗੇ, ਉਹ ਸਾਰੇ ਸੋਲਡ ਆਊਟ ਹੋ ਗਏ। ਸਾਡੇ ਕੋਲ ਬਹੁਤ ਸਮਾਨ ਸੀਗਾ ਇਦਾਂ ਦਾ ਜਿਹੜਾ ਸੋਲਡ ਹੋ ਗਿਆ, ਹੁਣ ਨਹੀਂ ਹੈ। ਸੋ ਈਵਨ ਦੇਖ ਸਕਦੇ ਹੈਗੇ ਹੋ ਜਿਹਦਾ ਬੱਚਿਆਂ ਦੇ ਸਕੂਲ ਬੈਗ ਹੈਗੇ ਹੈ, ਸੋ ਇਹ ਵੀ ਜੂਟ ਦੇ ਵਿੱਚ ਬਣੇ ਹੋਏ ਹੈਗੇ ਹੈ। ਸੋ ਜੂਟ ਅੱਜ ਦਾ ਨਹੀਂ ਹੈ, ਇਹ ਬਹੁਤ ਪੁਰਾਣਾ ਕਹਿੰਦੇ ਉਹ ਫੈਬਰਿਕ ਹੈਗਾ। ਸੋ ਇੰਡੀਅਨ ਕਲਚਰ ਦੇ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੀ ਕੰਟਰੀਆਂ ਦੇ ਵਿੱਚ ਇਹ ਫੈਬਰਿਕ ਯੂਜ਼ ਕੀਤਾ ਜਾਂਦਾ ਹੈਗਾ। ਈਵਨ ਸਰ ਨੇ ਜੋ ਕਿਹਾ ਸੀਗਾ, ਜੋ ਜੂਟ ਦੇ ਕਹਿ ਸਕਦੇ ਕੁਸ਼ਨਸ ਹੈਗੇ ਨੇ, ਈਵਨ ਕਿ ਬਾਸਕਟਸ ਹੈਗੀਆਂ। ਸੋ ਇਹ ਇੰਡੀਅਨ ਕਲਚਰ ਦੇ ਨਾਲ ਨਾਲ ਬਹੁਤ ਸਾਰੀਆਂ ਫੋਰਨ ਕੰਟਰੀਆਂ ਵੀ ਹੈਗੀਆਂ ਜੋ ਇਦਾਂ ਦੇ ਫੈਬਰਿਕ ਯੂਜ਼ ਕਰਦੀਆਂ ਹੈਗੀਆਂ। ਸਰ ਇੱਕ ਵਾਰ ਤੁਸੀਂ ਆਪਣਾ ਨੰਬਰ ਵੀ ਮੈਂਸ਼ਨ ਕਰ ਦਿਓ ਸਰ। ਮੇਰਾ ਨੰਬਰ ਹੈ ਜੀ 9876292706। ਰਮਨਦੀਪ ਸਿੰਘ ਨਾਮ ਹੈ, ਜਦੋਂ ਮਰਜ਼ੀ ਕੰਟੈਕਟ ਕਰ ਸਕਦੇ। ਕਿਸ ਨਾਮ ਤੋਂ ਹੈਗਾ ਤੁਹਾਡਾ ਇਹ ਵੀ? ਮੇਰਾ ਰੀਨ ਹੈਂਡਲੂਮਸ ਦੇ ਨਾਮ ਤੇ ਹੈ, ਰੀਨ ਐਕਸਪੋਰਟ ਤੇ। ਕਿਹੜਾ ਏਰੀਆ ਪੈਂਦਾ ਪਟਿਆਲੇ 'ਚ? ਪਟਿਆਲੇ 'ਚ ਇੱਥੇ ਰਾਗੂ ਮਾਜਰਾ ਦੇ ਕੋਲ ਹੈ ਜੀ। ਹਾਂਜੀ ਸੋ ਜਿਹੜੇ ਵੀ ਦਰਸ਼ਕ ਸਰ ਤੋਂ ਕੋਈ ਸਮਾਨ ਲੈਣਾ ਚਾਹੁੰਦੇ ਹੈਗੇ, ਮੇਲੇ ਦਾ ਅੱਜ ਆਖਰੀ ਦਿਨ ਹੈ, ਇਸ ਤੋਂ ਬਾਅਦ ਵੀ ਅਗਰ ਸਰ ਦਾ ਵੀਡੀਓ ਦੇਖ ਕੇ ਕੋਈ ਸਮਾਨ ਅਗਰ ਸਰ ਤੋਂ ਲੈਣਾ ਚਾਹੁੰਦੇ ਹੈਗੇ, ਉਹਨਾਂ ਨੂੰ ਕੋਈ ਵੀ ਚੀਜ਼ ਤੁਹਾਨੂੰ ਅੱਛੀ ਲੱਗਦੀ ਹੈਗੀ ਹੈ, ਕੋਈ ਜੂਟ ਨਾਲ ਰਿਲੇਟਡ ਕੋਈ ਵੀ ਤੁਹਾਡਾ ਹੋਮ ਡੈਕੋਰੇਸ਼ਨ 'ਚ ਪ੍ਰੋਡਕਟਸ ਹੈਗੇ ਹੈ, ਤਾਂ ਤੁਸੀਂ ਸਰ ਨੂੰ, ਰਮਨ ਜੀ ਨੂੰ ਕਾਲ ਕਰ ਸਕਦੇ ਹੋ। ਸਰ ਦਾ ਨੰਬਰ ਆਪਾਂ ਨੇ ਆਲਰੇਡੀ ਸਰ ਤੋਂ ਬੁਲਵਾ ਦਿੱਤਾ ਹੈਗਾ। ਸਰ ਨਾਲ ਗੱਲ ਕਰ ਦਿਆਂਗੇ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਰਬਜੀਤ ਸਿੰਘ ਵਿਰਕ ਹੈ। ਮੈਂ ਐਡਵੋਕੇਟ ਹਾਂ ਇੱਥੇ ਡਿਸਟ੍ਰਿਕਟ ਕੋਰਟ ਪਟਿਆਲੇ 'ਚ। ਯਾਰ ਹੈਰੀਟੇਜ ਟਰਸਟ ਜਿਹੜਾ ਨੈਸ਼ਨਲ ਹੈਰੀਟੇਜ ਟਰਸਟ ਹੈ ਉਹਦਾ ਪਟਿਆਲਾ ਦਾ ਕਨਵੀਨਰ ਹੈਗਾ ਜੀ। ਵੈਰੀ ਗੁੱਡ ਸਰ, ਬਹੁਤ ਵਧੀਆ ਸਰ, ਨਾਈਸ ਟੂ ਮੀਟ ਯੂ। ਸੋ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਵਿਵੇਕ ਮੀਡੀਆ ਤੇ। ਸੋ ਸਰ ਕਿੱਦਾਂ ਲੱਗਿਆ ਤੁਹਾਨੂੰ, ਜੋ ਮਤਲਬ ਤੁਸੀਂ ਚਲੋ ਆਲਰੇਡੀ ਹੈਰੀਟੇਜ ਨਾਲ ਜੁੜੇ ਹੋਏ ਹੈਗੇ ਹੋ, ਸੋ ਜਿਹੜਾ ਗਵਰਨਮੈਂਟ ਦਾ ਉਪਰਾਲਾ ਕੀਤਾ ਹੈਗਾ, ਰੰਗਲਾ ਪੰਜਾਬ ਨਾਮ ਰੱਖਿਆ ਹੈ, ਪਰ ਮੈਂ ਕਹਿ ਰਿਹਾ ਵੀ ਰੰਗਲਾ ਪੰਜਾਬ ਗਵਰਨਮੈਂਟ ਨੇ ਇੱਕ ਉਪਰਾਲਾ ਕਰਦੀ ਹੈ, ਪਰ ਇਹ ਲੋਕਾਂ ਲਈ ਗਵਰਨਮੈਂਟ ਉਪਰਾਲਾ ਕਰਦੀ ਹੈ। ਰੰਗਲਾ ਪੰਜਾਬ ਇਹਨਾਂ ਲੋਕਾਂ ਨੇ ਬਣਾਉਣਾ ਹੈ। ਦੇਖੋ ਜੀ, ਹਰ ਕੋਈ ਬੰਦਾ ਚਾਹੁੰਦਾ ਹੈਗਾ ਵੀ ਇਸੇ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਰਹੇ, ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣ ਔਰ ਸਾਰੇ ਲੋਕ ਜਿਹੜਾ ਹੈਗਾ ਖੁਸ਼ੀ-ਖੁਸ਼ੀ ਵਸਣ ਇੱਥੇ। ਕੋਈ ਕਿਸੇ ਤਰ੍ਹਾਂ ਦੀ ਕਿਸੇ ਤੋਂ ਦਿੱਕਤ ਨਾ ਆਵੇ, ਕੋਈ ਕਿਸੇ
ਪ੍ਰਤੀ ਕੋਈ ਰੰਜਿਸ਼ ਨਾ ਹੋਵੇ, ਸਾਰੇ ਇੱਕ ਦੂਜੇ ਦੇ ਗਲ ਮਿਲਣ। ਔਰ ਇਹੀ ਜਿਹੜੇ ਮੇਲਿਆਂ ਦੇ ਮੌਕੇ ਹੁੰਦੇ ਆ ਜਿੱਥੇ ਅਸੀਂ ਇੱਕ ਦੂਜੇ ਨਾਲ ਮਿਲਣਾ ਹੁੰਦਾ। ਬਹੁਤ ਖੁਸ਼ੀਆਂ ਭਰਾ ਇਹ ਦਿਨ ਬੀਤੇ ਹੈਗੇ ਮੇਲੇ ਦੇ। ਇਹਦੇ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਬਲਕਿ ਲੱਖਾਂ ਦੀ ਤਾਦਾਦ 'ਚ ਲੋਕ ਜਿਹੜੇ ਹੈਗੇ ਆ ਉਹ ਆਏ ਨੇ। ਇਸ ਜਿਹੜਾ ਮੇਨ ਇਵੈਂਟ ਇੱਥੇ ਸ਼ੀਸ਼ ਮਹਿਲ ਦੇ ਵਿੱਚ ਹੈ, ਇਹਦੀ ਕਾਫੀ ਪਬਲਿਸਿਟੀ ਸੀ, ਪਰ ਜਿਹੜੇ ਬਾਕੀ ਇਵੈਂਟ ਹੋਏ ਨੇ ਪਟਿਆਲੇ ਦੇ ਵਿੱਚ ਕਲਾਸੀਕਲ ਮਿਊਜ਼ਿਕ ਨਾਲ ਸੰਬੰਧਿਤ ਜਾਂ ਦੂਜੇ ਜਿਹੜੇ ਗਾਇਨ ਹੋਏ ਆ, ਉਹਨਾਂ ਦੀ ਘੱਟ ਪਬਲਿਸਿਟੀ ਹੋਈ ਆ। ਅੱਗੇ ਤੋਂ ਪ੍ਰਬੰਧਕਾਂ ਨੂੰ ਇਹ ਗੱਲ ਨੋਟ ਕਰਨੀ ਚਾਹੀਦੀ ਆ ਵੀ ਉਹਨਾਂ ਦੀ ਵੀ ਜਿਹੜੀ ਹੈਗੀ ਪੂਰੀ ਪਬਲਿਸਿਟੀ ਕੀਤੀ ਜਾਵੇ। ਕਿਲ੍ਹਾ ਦੇ ਵਿੱਚ ਯੈਸ ਯੈਸ ਯੈਸ। ਅਸੀਂ ਉਹ ਪੋਸਟਾਂ ਦੇਖੀਆਂ ਸੀ। ਇਸੇ ਤਰ੍ਹਾਂ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਸਰਕਾਰ ਨੇ ਇਹ ਮੇਲਾ ਮੁਨੱਕਦ ਕੀਤਾ, ਇਸੇ ਤਰ੍ਹਾਂ ਪੰਜਾਬ ਦੇ ਵਿੱਚ ਔਰ ਖਾਸ ਕਰ ਪਟਿਆਲੇ ਦੇ ਵਿੱਚ ਜਿਹੜੇ ਹੈਰੀਟੇਜ ਪਲੇਸਿਸ ਨੇ, ਬਾਕੀ ਮਾਨੂਮੈਂਟਸ ਨੇ, ਕਿਲੇ ਨੇ ਜਾਂ ਬਿਲਡਿੰਗਸ ਨੇ ਹੈਰੀਟੇਜ ਨਾਲ ਸੰਬੰਧਿਤ, ਉਹਨਾਂ 'ਚੋਂ ਬਹੁਤ ਸਾਰਿਆਂ ਦੀ ਹਾਲਤ ਜਿਹੜੀ ਬਹੁਤ ਖਸਤਾ ਹੋ ਚੁੱਕੀ ਹੈ। ਔਰ ਉਹ ਛੇਤੀ ਤੋਂ ਛੇਤੀ ਉਹਨਾਂ ਦੀ ਜਿਹੜੀ ਰੈਨੋਵੇਸ਼ਨ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਹੈਰੀਟੇਜ ਨੂੰ ਪ੍ਰੀਜ਼ਰਵ ਕਰ ਸਕੀਏ ਅਤੇ ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਦਿਖਾ ਸਕੀਏ ਕਿ ਅਸੀਂ ਜਿਹੜਾ ਹੈਗਾ ਬਹੁਤ ਹੀ ਵਧੀਆ ਜਿਹੜਾ ਹੈਗਾ ਤੁਹਾਡੇ ਲਈ ਵਿਰਾਸਤ ਛੱਡ ਕੇ ਜਾ ਰਹੇ ਹਾਂ। ਸਰ ਇਹ ਵੀ ਚੀਜ਼ ਮੈਂ ਨਾਲ ਕਹਾਂਗਾ ਕਿ ਤੁਸੀਂ ਹੈਰੀਟੇਜ ਨਾਲ ਜੁੜੇ ਹੋਏ ਹੈਗੇ ਪਟਿਆਲਾ ਹੈਰੀਟੇਜ ਨਾਲ, ਕਿ ਇਹ ਹੁਣ ਇਹ 10 ਦਿਨ ਵਾਸਤੇ ਮੈਂ ਕਹਿੰਦਾ ਇੱਥੇ ਰੌਣਕ ਹੈਗੀ ਹੈ, ਫਿਰ ਪੂਰਾ ਸਾਲ ਮੈਨੂੰ ਲੱਗਦਾ ਸੁੰਨਾ ਰਹਿੰਦਾ ਇੱਥੇ। ਪਿਛਲੇ 11 ਸਾਲਾਂ ਤੋਂ ਕਿ ਇੱਕੋ ਹੀ ਗੇਟ ਤੇ ਕਿਹਾ ਜਾਂਦਾ ਕੰਸਟਰਕਸ਼ਨ ਚੱਲ ਰਹੀ ਹੈਗੀ ਹੈ ਇੱਥੇ। ਕੰਸਟਰਕਸ਼ਨ ਕਿੱਥੇ ਚੱਲ ਰਹੀ ਹੈਗੀ ਹੈ, ਚਲੋ ਉਹ ਤਾਂ ਦੇਖੋ ਗਵਰਨਮੈਂਟ ਦਾ ਕੰਮ ਹੈਗਾ, ਪਰ ਅਗਰ ਮੈਂ ਕਹਿੰਦਾ ਵੀ ਇਹ ਕੰਸਟਰਕਸ਼ਨ ਜਲਦੀ ਕੰਪਲੀਟ ਹੋ ਜੇ, ਜਿਹੜੇ ਮਿਊਜ਼ੀਅਮ ਹੈਗਾ ਜਿਹੜਾ ਬਹੁਤ ਸਾਲ ਪਹਿਲਾਂ ਚੱਲਦਾ ਸੀ ਉਹ ਬੰਦ ਹੈਗਾ। ਜਦੋਂ ਵੀ ਮੈਂ ਇੱਕ ਦੋ ਵਾਰ ਫੈਮਿਲੀ ਦੇ ਨਾਲ ਆਇਆ ਤੇ ਮੋਸਟਲੀ ਐਂਟਰੀ ਵੀ ਨਹੀਂ ਹੈਗੀ, ਸਿਰਫ ਦੇਖਣ ਲਈ ਹੈਗਾ। ਮੈਂ ਗਵਰਨਮੈਂਟ ਵੱਲੋਂ ਮਤਲਬ ਇਹੀ ਐਕਸਪੈਕਟ ਕਰਾਂਗਾ ਕਿ ਇਹ ਜਲਦੀ ਤੋਂ ਜਲਦੀ ਸ਼ੀਸ਼ ਮਹਿਲ ਨੂੰ ਉਵੇਂ ਓਪਨ ਕਰਾਇਆ ਜਾਵੇ। ਤੁਸੀਂ ਬਿਲਕੁਲ ਵਜ੍ਹਾ ਫਰਮਾਇਆ। ਇਹ ਜਿਹੜੀ ਸ਼ੀਸ਼ ਮਹਿਲ ਗੈਲਰੀ ਹੈ ਇਹ ਬਹੁਤ ਦੇਰ ਤੋਂ ਰੈਨੋਵੇਸ਼ਨ ਕਰਕੇ ਬੰਦ ਹੋਈ ਪਈ ਹੈ। ਇਸ ਪਾਸੇ ਗਵਰਨਮੈਂਟ ਨੂੰ ਛੇਤੀ ਤੋਂ ਛੇਤੀ ਧਿਆਨ ਦੇਣਾ ਚਾਹੀਦਾ, ਕਿਉਂਕਿ ਇਹ ਵੀ ਸਾਡੀ ਜਿਹੜੀ ਹੈਗੀ ਵਿਰਾਸਤ ਦਾ ਇੱਕ ਹਿੱਸਾ ਹੈ, ਇਤਿਹਾਸ ਦਾ ਇੱਕ ਹਿੱਸਾ ਹੈ। ਇਹਦੇ ਨਾਲ ਹੀ ਜਿਹੜੀ ਆਰਕਾਈਵਜ਼, ਅਸੀਂ ਆਰਕਾਈਵਜ਼ ਡਿਪਾਰਟਮੈਂਟ ਦਾ ਜਿਹੜਾ ਹੈਗਾ ਖਜ਼ਾਨਾ, ਉਹ ਸਾਡੇ ਕੋਰਟ ਕੰਪਲੈਕਸ ਦੇ ਬਿਲਕੁਲ ਨਜ਼ਦੀਕ ਹੈ, ਮਾਲ ਰੋਡ ਦੇ ਉੱਤੇ। ਔਰ ਉਹ ਵੀ 12 ਦੇ ਵਿੱਚ ਪਹਿਲਾਂ ਹੁੰਦਾ ਸੀ, ਉਸ ਤੋਂ ਬਾਅਦ ਉਹ ਚੁੱਕ ਕੇ ਉੱਥੇ ਜਿਹੜਾ ਹੈਗਾ ਰੱਖਿਆ ਗਿਆ। ਉਸ ਨੂੰ ਅੱਛੀ ਤਰੀਕੇ ਨਾਲ ਜਿਹੜਾ ਹੈਗਾ ਉਹ ਵੀ ਵਿਸਤਾਰ ਦਿੱਤਾ ਜਾਵੇ, ਕਿਉਂਕਿ ਉੱਥੇ ਸਾਰਾ ਜਿਹੜਾ ਆਪਣਾ ਇਤਿਹਾਸ ਹੈ ਔਰ ਕਿਤਾਬਾਂ ਨੇ ਔਰ ਮਾਨੂਮੈਂਟਸ ਨੇ ਉਹ ਸਾਰੇ ਇਕੱਠੇ ਕਰਕੇ ਰੱਖੇ ਹੋਏ ਆ। ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਉੱਥੇ ਬਹੁਤ ਹੀ ਘੱਟ ਐਮਪਲਾਈਜ਼ ਨੇ ਜਿਹੜੇ ਉਹਨੂੰ ਮੇਨਟੇਨ ਕਰਦੇ ਆ, ਔਰ ਉੱਥੇ ਪੂਰਾ ਸਟਾਫ ਦਿੱਤਾ ਜਾਵੇ ਔਰ ਉਸ ਹੈਰੀਟੇਜ ਨੂੰ ਵੀ ਸਾਂਭਿਆ ਜਾਵੇ। ਸਰ ਬਹੁਤ ਸਾਰੀ ਚੀਜ਼ਾਂ ਚਲੋ ਕਹਿੰਦੇ ਨੇ, ਚਲੋ ਆਪਾਂ ਕਹਿ ਰਹੇ ਨੈਗੇਟਿਵ ਪੁਆਇੰਟਸ ਆਪਾਂ ਚਲੋ ਮੈਂਸ਼ਨ ਕਰ ਹੀ ਰਹੇ ਹੈਗੇ ਕਿ ਗਵਰਨਮੈਂਟ ਤੋਂ ਐਕਸਪੈਕਟ ਕਰ ਰਹੇ ਹਾਂ ਐਜ਼ ਅ ਨਾਗਰਿਕ, ਪਰ ਬਹੁਤ ਸਾਰੀ ਚੀਜ਼ਾਂ ਇਸ ਵਾਰ ਅੱਛੀਆਂ ਵੀ ਲੱਗੀਆਂ ਹੈਗੀਆਂ। ਜਿੱਦਾਂ ਇੱਕ ਹੁਣ ਸੈਂਟਰ ਦੇ ਵਿੱਚ ਬਣਾਇਆ ਹੈਗਾ ਜਿਹਨੂੰ ਆਪਾਂ ਕਹਾਂਗੇ ਕਿ ਸਿਕਿਉਰਿਟੀ ਰੂਮ ਹੈਗਾ, ਪੁਲਿਸ ਦਾ ਸਿਕਿਉਰਿਟੀ ਰੂਮ ਹੈਗਾ, ਔਰ ਕਹਿ ਸਕਦੇ ਓਵਰਆਲ ਸਿਕਿਉਰਿਟੀ ਰੂਮ ਹੈਗਾ। ਅਗਰ ਕੋਈ ਵੀ ਦਿੱਕਤ ਹੈਗੀ ਹੈ ਤਾਂ ਐਂਬੂਲੈਂਸ ਵੀ ਉੱਥੇ ਰੈਡੀ ਕੀਤੀ ਹੈ, ਐਗਜ਼ਿਟ ਪੁਆਇੰਟ ਬਹੁਤ ਤਰੀਕੇ ਨਾਲ, ਔਰ ਆਪਾਂ ਕਹਾਂਗੇ ਕਿ ਪੁਲਿਸ ਮੁਲਾਜ਼ਮ ਵੀ ਹੈਗੇ ਇਸ ਵਾਰ, ਉਹਨਾਂ ਦੀ ਤਾਦਾਦ ਜਿਹੜੀ ਹੈਗੀ ਹੈ ਸਿਕਿਉਰਿਟੀ ਦੀ ਹੈਗੀ ਹੈ ਬਹੁਤ ਹੀ ਅੱਛੇ ਲੈਵਲ 'ਤੇ ਕੀਤੀ ਹੈ। ਈ ਟਿਕਟਿੰਗ ਦਾ ਉਪਰਾਲਾ ਕੀਤਾ ਡੀਸੀ ਮੈਮ ਨੇ ਜੋ ਪਟਿਆਲੇ ਦੇ, ਉਹਨਾਂ ਨੇ ਵੀ ਜਿਹੜਾ ਇਸ ਵਾਰ ਕਹਿੰਦੇ ਉਪਰਾਲਾ ਕੀਤਾ ਗਿਆ ਹੈ, ਬਹੁਤ ਅੱਛਾ ਕੀਤਾ ਗਿਆ ਹੈ ਡੀਸੀ ਮੈਮ ਤੋਂ। ਜਿਹੜੇ ਚੀਜ਼ਾਂ ਸਾਰੀਆਂ ਆਪਾਂ ਕਹਿ ਸਕਦੇ ਹਾਂ ਡੀਸੀ ਮੈਮ ਦੇ ਅੰਡਰ ਜਿਹੜੀ ਚੀਜ਼ਾਂ ਹੋਈਆਂ, ਔਰ ਆਪਾਂ ਕਹਿੰਦੇ ਸੀਐਮ ਸਾਹਿਬ ਨੇ ਜੋ ਇਸ ਵਾਰ ਕੁਝ ਇਸ ਮੇਲੇ ਦੇ ਵਿੱਚ ਕੁਝ ਚੀਜ਼ਾਂ ਐਡ ਔਨ ਕੀਤੀਆਂ ਹੈਗੀਆਂ। ਔਰ ਇੱਕ ਪੋਜ਼ਿਟਿਵਿਟੀ ਸਰ ਇਹ ਵੀ ਹੈਗੀ ਹੈ ਕਿ ਇਸ ਮੇਲੇ ਤੋਂ ਇੱਕ ਆਪਾਂ ਪੋਜ਼ਿਟਿਵ ਪੁਆਇੰਟ ਲੈ ਸਕਦੇ ਹਾਂ ਕਿ ਕਿੰਨਾ ਅੱਛਾ ਰਿਸਪੌਂਸ 10 ਦਿਨ ਦੇ ਵਿੱਚ ਲੋਕਾਂ ਨੇ ਦਿੱਤਾ ਹੈ। ਮੈਂ ਸੋਚਦਾ ਵੀ ਹੈਰੀਟੇਜ ਦੇ ਜਿਹੜੇ ਇਸ ਤਰ੍ਹਾਂ ਦੇ ਮੇਲੇ ਆ, ਇਹਦੇ ਤੋਂ ਇਨਕਮ ਦੀ ਬਜਾਏ ਲੋਕਾਂ ਨੂੰ ਜਿਹੜਾ ਹੈਗਾ ਆਪਣੀ ਵਿਰਾਸਤ ਬਾਰੇ ਜਾਣਕਾਰੀ ਮਿਲ ਜਾਵੇ, ਉਹ ਬਹੁਤ ਵੱਡੀ ਗੱਲ ਹੈਗੀ ਹੈ। ਅਤੇ ਔਰ ਇਹ ਚੀਜ਼ਾਂ ਜਿਹੜੀਆਂ ਸਾਂਭੀਆਂ ਜਾਣ। ਇਹ ਪਿਛਲੀ ਵਾਰੀ ਇੱਕ ਵਾਰੀ ਚਿਲਡਰਨ ਦੇ ਉੱਤੇ, ਬੱਚਿਆਂ ਦੇ ਉੱਤੇ ਇਹਨਾਂ ਨੇ ਟਿਕਟ ਲਾਈ ਸੀ ਔਰ ਅਸੀਂ ਉਸ ਦਾ ਵਿਰੋਧ ਕੀਤਾ ਸੀਗਾ ਅਤੇ ਉਹ ਟਿਕਟ ਹਟਾ ਲਈ ਗਈ ਸੀਗੀ, ਕਿਉਂਕਿ ਆਮ ਲੋਕਾਂ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਇੱਥੇ ਦੇਖਣ ਲਈ ਆਉਣਾ ਚਾਹੀਦਾ। ਅਤੇ ਉਹਦੇ ਵਿੱਚ ਇਸੇ ਕਰਕੇ ਲੋਕ ਵੱਧ ਤੋਂ ਵੱਧ ਆਏ ਨੇ, ਕਿਉਂਕਿ ਟਿਕਟ ਜਿਹੜੀ ਹੈਗੀ ਠੀਕ ਰੇਟ 'ਤੇ ਰੱਖੀ ਗਈ ਹੈ। ਇਸੇ ਤਰ੍ਹਾਂ ਕਾਫੀ ਪ੍ਰਬੰਧ ਐਤਕੀ ਪਹਿਲਾਂ ਨਾਲੋਂ ਜਿਹੜਾ ਅੱਛੇ ਕੀਤੇ ਗਏ ਆ। ਪਿਛਲੀ ਵਾਰੀ ਪਾਣੀ ਦਾ ਪ੍ਰਬੰਧ ਬਹੁਤ ਘੱਟ ਸੀਗਾ, ਅਤੇ ਪਰ ਐਤਕੀ ਮੈਂ ਦੇਖਿਆ ਹੈਗਾ ਵੀ ਇੱਥੇ ਡਸਟਬਿਨ ਬੜੇ ਘੱਟ ਰੱਖੇ ਗਏ ਆ। ਅਗਲੀ ਵਾਰੀ ਸ਼ਾਇਦ ਇਸ ਗੱਲ 'ਤੇ ਧਿਆਨ ਦਿੱਤਾ ਜਾਏਗਾ, ਕਿਉਂਕਿ ਇੰਨੇ ਜਦੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਆ
ਤਾਂ ਉੱਥੇ ਜਿਹੜਾ ਹੈਗਾ ਬਹੁਤ ਸਾਰਾ ਜਿਹੜਾ ਹੈਗਾ ਜਿਹੜਾ ਆਪਣੇ ਕਾਗਜ਼ ਵਗੈਰਾ ਨੇ ਉਹ ਖਿੰਡੇ ਪੁੜੇ ਰਹਿੰਦੇ ਆ ਤੇ ਗੰਦ ਪੈਂਦਾ ਹੈਗਾ ਤੇ ਉਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ, ਸਫਾਈ ਵੱਲ ਅਗਲੀ ਵਾਰੀ। ਚੀਜ਼ਾਂ ਹੈਗੀਆਂ ਸਰ ਡੇ ਬਾਏ ਡੇ ਆਪਾਂ ਕਹਿ ਸਕਦੇ ਹਾਂ ਕਿ ਇੰਡੀਅਨ ਪਬਲਿਕ ਹੈਗੀ ਹੈ ਕਿ ਇਹ ਚੀਜ਼ਾਂ ਉਹ ਗ੍ਰੈਬ ਕਰਨਗੀਆਂ, ਇਹ ਸਿਲੇਬਸ ਦੇ ਵਿੱਚ ਆਏਗਾ, ਇਹ ਚੀਜ਼ਾਂ ਹੋਣਗੀਆਂ। ਕਹਿੰਦੇ ਨਹੀਂ ਇੱਕ ਇਹ ਚੀਜ਼ਾਂ ਤਾਂ ਡੇ ਬਾਏ ਡੇ ਅਸੀਂ ਸਿਲੇਬਸ 'ਚ ਪੜ੍ਹਾ ਸਕਦੇ ਹੈਗੇ ਆ, ਚਾਹੇ ਟ੍ਰੈਫਿਕ ਰੂਲਸ ਨੇ, ਚਾਹੇ ਸਫਾਈ ਹੈ, ਚਾਹੇ ਸਾਡੇ ਆਲੇ ਦੁਆਲੇ ਦੀ এনवायरमेंटल, ਇਹ ਚੀਜ਼ਾਂ ਆ ਚੁੱਕੀਆਂ ਨੇ ਪਰ ਇੰਪਲੀਮੈਂਟ ਕਰਨ ਵੇਲੇ ਕੋਈ ਨਹੀਂ ਹੁੰਦਾ। ਚਾਹੇ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਉੱਥੇ ਵੀ ਲੋਕ ਡਸਟਬਿਨ ਦੇ ਵਿੱਚ ਨਹੀਂ ਪਾਉਂਦੇ, ਅਸੀਂ ਅੱਖੀ ਦੇਖੀ ਹੋਈਆਂ ਚੀਜ਼ਾਂ ਹੈਗੀਆਂ। ਚਾਹੇ ਕਿਸੇ ਦਾ ਕਹਿੰਦੇ ਨੇ ਦੁੱਖ ਦਾ ਪਾਠ ਹੈ, ਚਾਹੇ ਸੁੱਖ ਦਾ ਪਾਠ ਹੈਗਾ, ਉੱਥੇ ਲੋਕ ਮੈਂ ਡਸਟਬਿਨ ਤੋਂ ਬਾਹਰ ਵੀ ਛੱਡਦੇ ਦੇਖੇ ਨੇ, ਡਸਟਬਿਨ ਲੱਗੇ ਹੋਏ ਵੀ ਹੈਗੇ ਆ, ਸ਼ਮੀਲ ਲੱਗਦੀਆਂ ਨੇ, ਲੰਗਰ ਲੱਗਦੇ ਨੇ, ਲਗਾਉਣ ਵਾਲੇ ਨੇ ਏਡੇ ਏਡੇ ਡਸਟਬਿਨ ਲਾਏ ਹੁੰਦੇ ਆ, ਪਰ ਲੋਕ ਸਿਰਫ ਫਰੀ ਦਾ ਮਾਲ ਦੇਖ ਕੇ, ਸ਼ਰਧਾ ਕਿਸੇ ਨੂੰ ਹੁੰਦੀ ਹੈ ਤੁਹਾਨੂੰ ਵੀ ਪਤਾ ਸਰ, ਪਰ ਲੋਕ ਫਰੀ ਦਾ ਮਾਲ ਦੇਖ ਕੇ ਫਿਰ ਨੀਚੇ ਛੱਡਦੇ ਹੈਗੇ ਨੇ। ਡਸਟਬਿਨ ਮੈਂ ਦੇਖੋ ਹਜੇ ਵੀ ਦਿਖਾ ਸਕਦੇ ਹੈਗੇ ਆ, ਗੁਰਦੀਪ ਜੀ ਦਿਖਾਓ ਇੱਕ ਵਾਰ, ਡਸਟਬਿਨ ਲੱਗੇ ਹੋਏ ਹੈਗੇ ਨੇ ਫੂਡ ਪੁਆਇੰਟਸ ਤੇ, ਪਰ ਕਿੰਨੇ ਲੋਕ ਨੇ ਵੀ ਉਹਦੇ ਵਿੱਚ ਪਾਣਗੇ, ਸਿਆਣੇ ਨੇ 80% ਭਰਿਆ ਹੋਇਆ ਹੈਗਾ, ਪਰ 20% ਹਜੇ ਵੀ ਲੋਕ ਹੈਗੇ ਆ ਜਿਹੜੇ ਨੀਚੇ ਗਿਰਨਗੇ। ਹਾਂ ਇਹ ਡੇ ਬਾਏ ਸਰ ਆਪਣੀ ਕੰਟਰੀ ਗਰੋਥ ਕਰੇਗੀ ਕਿਉਂਕਿ ਹਜੇ ਐਜੂਕੇਸ਼ਨ ਦੀ ਵੀ ਦਿੱਕਤ ਹੈਗੀ ਹੈ, ਜਿੰਨੇ ਲੋਕ ਐਜੂਕੇਟਡ ਨੇ 20 ਕਹਿੰਦੇ 30% ਹਜੇ ਲੋਕ ਅਨਐਜੂਕੇਟਡ ਹਜੇ ਵੀ ਹੈਗੇ ਆ ਸਰ। ਪਰ ਇਹ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਨੇ ਕਮੀਆਂ ਪੇਸ਼ੀਆਂ ਇਹ ਹਮੇਸ਼ਾ ਰਹਿ ਜਾਂਦੀਆਂ ਨੇ ਔਰ ਪ੍ਰਸ਼ਾਸਨ ਜਿਹੜਾ ਹੈਗਾ ਇਸ ਵੱਲ ਅਗਲੀ ਵਾਰੀ ਹੋਰ ਮੁਸਤੈਦੀ ਨਾਲ ਖਿਆਲ ਕਰੇਗਾ। ਮੈਂ ਇਹਨਾਂ ਕਹਿਣਾ ਚਾਹਾਂਗਾ ਵੀ ਇਹ ਜਿਹੜਾ ਮੇਲਾ ਬਹੁਤ ਭਰਵਾਂ ਗੁਜ਼ਰਿਆ ਹੈਗਾ ਔਰ ਬਹੁਤ ਖੁਸ਼ੀ ਨਾਲ ਲੋਕ ਇੱਥੇ ਆਏ। ਇਸੇ ਤਰ੍ਹਾਂ ਦੇ ਜਿਹੜੇ ਮੇਲੇ ਲੋਕ ਚਾਹੁੰਦੇ ਆ ਵੀ ਹਮੇਸ਼ਾ ਹੀ ਲੱਗਦੇ ਰਹਿਣ ਪੰਜਾਬ 'ਚ, ਔਰ ਪੰਜਾਬ ਜਿਹੜਾ ਹੈਗਾ ਆਉਣ ਵਾਲਾ ਸਾਡਾ ਰੰਗਲਾ ਪੰਜਾਬ ਬਣੇ ਔਰ ਦੁਨੀਆ ਦੇ ਵਿੱਚ ਆਪਦਾ ਨਾਮ ਜਿਹੜਾ ਹੈਗਾ ਲੋਕ ਰੋਸ਼ਨ ਕਰੇ। ਥੈਂਕ ਯੂ ਵੈਰੀ ਮਚ ਸਰ, ਮੋਸਟ ਵੈਲਕਮ ਤੁਹਾਡਾ ਬਹੁਤ ਬਹੁਤ। ਇਹ ਸਰ ਸੀਗੇ ਖੁਦ ਐਡਵੋਕੇਟ ਹੈਗੇ ਆ, ਸੋ ਹੈਰੀਟੇਜ ਪਟਿਆਲਾ ਦੇ ਨਾਲ ਜੁੜੇ ਹੋਏ ਹੈਗੇ ਆ, ਸੋ ਪਾਰਟ ਆਫ ਹੈਰੀਟੇਜ ਆਪਾਂ ਕਹਿ ਸਕਦੇ ਹੈਗੇ ਸਰ ਨੇ ਆਪਣੀ ਗੱਲਾਂ ਸ਼ੇਅਰ ਕੀਤੀਆਂ ਹੈਗੀਆਂ। ਬਹੁਤ ਸਾਰੀ ਚੀਜ਼ਾਂ ਹੈਗੀਆਂ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਹੈਗਾ, ਦੇਖੋ ਬਹੁਤ ਸਾਰੀ ਚੀਜ਼ਾਂ ਪਲਾਨ ਹੈਗੀਆਂ ਪਰ ਸਟਿਲ ਕੁਝ ਕਮੀਆਂ ਰਹਿ ਜਾਂਦੀਆਂ ਹੈਗੀਆਂ। ਕੂੜੇ ਕਰਕਟ ਵਾਸਤੇ ਵੀ ਤੁਸੀਂ ਦੇਖੋ ਕ੍ਰਾਫਟ ਮੇਲਾ 2023 ਇੱਕ ਤੁਰਦੀ ਫਿਰਦੀ ਆਪਾਂ ਕਹਿ ਸਕਦੇ ਹਾਂ, ਪੋਰਟੇਬਿਲਟੀ ਆਪਾਂ ਕਹਿ ਸਕਦੇ ਹਾਂ, ਆਟੋ ਮੋਬਾਈਲਿੰਗ ਆਪਾਂ ਕਹਿ ਸਕਦੇ ਹੈਗੇ ਆ, ਇੱਕ ਕੂੜੇ ਵਾਲੀ ਗੱਡੀ ਆਮ ਘੁੰਮ ਰਹੀ ਹੈਗੀ ਹੈ। ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੈਗੀਆਂ ਗਵਰਨਮੈਂਟ ਨੇ ਪਲਾਨ ਕੀਤਾ ਹੋਇਆ ਹੈਗਾ, ਪਬਲਿਕ ਹੈਗੀ ਹੈ ਇੰਜੋਏ ਕਰ ਰਹੀ ਹੈ।